वहाँ सो ऊपर वहाँ तर, लियन मध्य टिकाए। लोहे कल कढ़ाए कै, ठोक दियो एक थाए। परम सन्मान जो धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੁਭਾਇਮਾਨ ਸਤ ਸੰਗੀ ਜਨੋ ਵੱਡ ਭਾਗੇ ਹਨ ਜੋ ਸੰਧਿਆ ਦੇ ਦੀਵਾਨਾਂ ਵਿੱਚ ਬੈਠ ਕੇ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਆਓ ਗੁਰਸਿੱਖਾਂ ਦੀ ਖਾਲਸੇ ਦੀ ਉਤਪਤੀ ਦੀ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਵਿਚਾਰਿਆ ਸੀ ਭਾਈ ਮਹਿਤਾਬ ਸਿੰਘ ਜੀ ਕੋਲ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਪਹੁੰਚੀ ਤੇ ਭਾਈ ਮਹਿਤਾਬ ਸਿੰਘ ਜੀ ਫਿਰ ਮਨ 'ਚ ਵਿਚਾਰ ਕਰਦੇ ਹਨ। ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਸਦਕ ਦੇ ਨਾਲ ਸ਼ਹਾਦਤ ਦਾ ਜਾਮ ਪੀਣ ਵਾਸਤੇ ਗਏ ਹਨ, ਮੈਨੂੰ ਵੀ ਹੁਣ ਸ਼ਹਾਦਤ ਦਾ ਜਾਮ ਪੀਣਾ ਚਾਹੀਦਾ ਹੈ। ਸਦਕ ਦੇ ਨਾਲ ਕਾਫੀ ਲੰਮੇਰਾ ਜੀ ਲਿਆ ਹੈ ਅਤੇ ਜਿਹੜੇ ਸਰੀਰ ਨੂੰ ਮੈਂ ਤੁਰਕਾਂ ਤੋਂ ਬਚਾਉਂਦਾ ਫਿਰਦਾ ਹਾਂ, ਉਸ ਸਰੀਰ ਨੇ ਨਾਸ਼ ਹੋ ਹੀ ਜਾਣਾ ਹੈ। ਤੇ ਜੇ ਮੇਰਾ ਜੀਵਨ ਵੀ ਤ੍ਰਿਗ ਹੈ, ਮੌਤ ਵੀ ਤ੍ਰਿਗ ਹੋ ਗਈ, ਤਾਂ ਮੈਂ ਕੀ ਮੂੰਹ ਲੈ ਕੇ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਜਾਵਾਂਗਾ। ਇਸ ਕਰਕੇ ਆਪਣੇ ਜੀਵਨ ਨੂੰ ਅਤੇ ਮੌਤ ਨੂੰ ਸਫਲਿਆ ਕਰਨ ਵਾਸਤੇ ਮੈਂ ਭਾਈ ਤਾਰੂ ਸਿੰਘ ਜੀ ਦੇ ਨਾਲ ਹੀ ਸ਼ਹਾਦਤ ਦਾ ਜਾਮ ਪੀਵਾਂਗਾ। ਇੰਨੀ ਵਿਚਾਰ ਕਰਕੇ ਭਾਈ ਮਹਿਤਾਬ ਸਿੰਘ ਜੀ ਨੇ ਨਾਲ ਦੇ ਸਿੱਖਾਂ ਨੂੰ ਦੂਸਰਿਆਂ ਜਥਿਆਂ ਵਿੱਚ ਰਲਣ ਵਾਸਤੇ ਕਿਹਾ। ਕੁਝ ਸਿੱਖ ਭਾਈ ਮਹਿਤਾਬ ਸਿੰਘ ਜੀ ਦੇ ਨਾਲ ਸ਼ਹਾਦਤ ਦਾ ਜਾਮ ਪੀਣ ਵਾਸਤੇ ਤੁਰ ਪਏ। ਹਰ ਭਗਤ ਨਿਰੰਜਨੀਆ ਭਾਈ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਉੱਧਰ ਲੱਭ ਰਿਹਾ ਸੀ ਭਾਈ ਮਹਿਤਾਬ ਸਿੰਘ ਜੀ ਨੂੰ। ਤੇ ਭਾਈ ਮਹਿਤਾਬ ਸਿੰਘ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਹਰ ਭਗਤ ਨਿਰੰਜਨੀਆ ਡੇਰਾ ਲਾ ਕੇ ਬੈਠਾ ਸੀ। ਤੇ ਵੇਖਦਿਆਂ ਸਾਰ ਹਰ ਭਗਤ ਨਿਰੰਜਨੀਏ ਨੇ ਭਾਈ ਮਹਿਤਾਬ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਇੱਥੋਂ ਤੱਕ ਆਪਾਂ ਵਿਚਾਰਿਆ ਸੀ ਕੱਲ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹਦੀ ਵਿਚਾਰ ਆਪਾਂ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतनाम श्री वाहिगुरु साहिब जी। सोरठा वहाँ सो ऊपर वहाँ तर, लियन मध्य टिकाए। बाँह सो ऊपर बाँह तार, लियन मध्य टिकाए। ਭਾਈ ਮਹਿਤਾਬ ਸਿੰਘ ਜੀ ਮੀਰਾਕੋਟ ਵਾਲੇ, ਜਿਹੜੇ ਬੀਕਾਨੇਰ ਦੀ ਧਰਤੀ ਦੇ ਵੱਲ ਜੰਗਲਾਂ ਬੇਲੀਆਂ ਦੇ ਵਿੱਚ ਰਹਿ ਕੇ ਜੀਵਨ ਨੂੰ ਗੁਜ਼ਾਰ ਰਹੇ ਸਨ। ਜਿਸ ਵਕਤ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਅਤੇ ਸਦਕ ਦੇ ਨਾਲ ਸ਼ਹਾਦਤ ਦੇਣ ਦਾ ਫੈਸਲਾ ਕਰ ਲਿਆ, ਭਾਈ ਮਹਿਤਾਬ ਸਿੰਘ ਜੀ ਉਹਨਾਂ ਸ਼ਸਤਰ ਛੱਡ ਕੇ ਡੰਡਾ ਫੜ ਲਿਆ ਤਾਂ ਜੋ ਜਿਹੜੀ ਵੀ ਫੌਜ ਦੀ ਟੁਕੜੀ ਮਿਲੇ ਉਹਨਾਂ ਨੂੰ ਇਹ ਨਾ ਲੱਗੇ ਕਿ ਭਾਈ ਮਹਿਤਾਬ ਸਿੰਘ ਲੜਨ ਵਾਸਤੇ ਆਇਆ ਹੈ, ਸਗੋਂ ਇੱਦਾਂ ਲੱਗੇ ਕਿ ਇਹ ਗ੍ਰਿਫਤਾਰ ਹੋਣ ਵਾਸਤੇ ਹੀ ਆਇਆ ਹੈ। ਜੰਡਿਆਲੇ ਦਾ ਰਹਿਣ ਵਾਲਾ ਹਰਭਗਤ ਨਿਰੰਜਨੀਆ ਭਾਈ ਮਹਿਤਾਬ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਉਧਰਲੇ ਏਰੀਏ ਵਿੱਚ ਲੱਭ ਰਿਹਾ ਸੀ।
ਭਾਈ ਮਹਿਤਾਬ ਸਿੰਘ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਹਰਭਗਤ ਨਰਿੰਦਰੀਏ ਦਾ ਡੇਰਾ ਲੱਗਾ ਹੋਇਆ ਸੀ। ਵੇਖਦਿਆਂ ਸਾਰ ਹੀ ਹਰਭਗਤ ਨਰਿੰਦਰੀਏ ਨੇ ਭਾਈ ਮਹਿਤਾਬ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਗ੍ਰਿਫਤਾਰ ਕਰਕੇ ਇੱਕ ਗੱਡੇ ਦੇ ਉੱਤੇ ਚੰਗੀ ਤਰ੍ਹਾਂ ਜਕੜ ਕੇ ਬੰਨ੍ਹ ਲਿਆ। ਬਾਂਸ ਉੱਪਰ ਬਾਹ ਧਾਰ ਲੀਅਣ ਮੱਧਿਆ ਟਿਕਾਏ। ਬਾਂਹ ਦੇ ਉੱਤੇ ਬਾਂਹ ਧਰ ਕੇ ਦੋਵੇਂ ਬਾਹਾਂ ਬੰਨ੍ਹ ਕੇ ਗੱਡੇ ਦੇ ਉੱਤੇ ਭਾਈ ਮਹਿਤਾਬ ਸਿੰਘ ਜੀ ਨੂੰ ਕੱਸ ਕੇ ਬੰਨ੍ਹ ਲਿਆ। ਲੋਹੇ ਕਲ ਕਢਾਏ ਕੈ ਠੋਕ ਦਿਓ ਇਕ ਥਾਏ। ਲੋਹੇ ਕੀਲ ਕਢਾਏ ਕੇ ਠੋਕ ਦਿਓ ਇੱਕ ਥਾਏ। ਚੰਗੀ ਤਰ੍ਹਾਂ ਬੰਨ੍ਹ ਕੇ ਤੇ ਭਾਈ ਮਹਿਤਾਬ ਸਿੰਘ ਜੀ ਨੂੰ ਗੱਡੇ ਦੇ ਵਿੱਚ ਲੋਹੇ ਗੱਡ ਦਿੱਤੇ ਅਤੇ ਚੰਗੀ ਤਰ੍ਹਾਂ ਰੱਸੇ ਬੰਨ੍ਹ ਦਿੱਤੇ ਤਾਂ ਜੋ ਭਾਈ ਮਹਿਤਾਬ ਸਿੰਘ ਕਿਸੇ ਵੀ ਤਰੀਕੇ ਦੇ ਨਾਲ ਖੁੱਲ ਕੇ ਭੱਜ ਨਾ ਜਾਵੇ। ਸਿਰਮਦ ਡੰਡੋ ਬਾਂਧ ਪੜਾਈ। ਸਿਰਮਦ ਡੰਡੋ ਬਾਂਧ ਪੜਾਈ। ਤੇ ਜਿਹੜੀਆਂ ਦੋਵੇਂ ਬਾਹਾਂ ਬੱਧੀਆਂ ਹੋਈਆਂ ਸਨ ਉਹਨਾਂ ਦੇ ਵਿੱਚ ਹਰਭਗਤ ਨਰਿੰਦਰੀਏ ਦੇ ਕਹਿਣ ਉੱਤੇ ਡੰਡਾ ਅੜਾ ਦਿੱਤਾ ਗਿਆ। ਉਸ ਬਾਂਹ ਦੀਨੀ ਨਾਰ ਚੜਾਈ। ਉਸ ਬਾਂਹ ਦੀਨੀ ਨਾਰ ਚੜਾਈ। ਭਾਈ ਮਹਿਤਾਬ ਸਿੰਘ ਜੀ ਦੇ ਬਾਹਾਂ ਵਿੱਚ ਡੰਡਾ ਅੜਾ ਕੇ ਭਾਈ ਮਹਿਤਾਬ ਸਿੰਘ ਜੀ ਦੀ ਨਾੜ ਉੱਤੇ ਨਾੜ ਚੜਾ ਦਿੱਤੀ। ਉਸ ਬਾਂਹ ਦੀਨੀ ਨਾਰ ਸਿੰਘ ਜੀ ਕੋ ਨਿਜ ਗ੍ਰਾਮ ਲਿਆਏ। ਸਿੰਘ ਜੀ ਕੋ ਨਿਜ ਗ੍ਰਾਮ ਲਿਆਏ ਅਤੇ ਗ੍ਰਿਫਤਾਰ ਕਰਕੇ ਹਰਭਗਤ ਨਰਿੰਦਰੀਆ ਭਾਈ ਮਹਿਤਾਬ ਸਿੰਘ ਨੂੰ ਸਭ ਤੋਂ ਪਹਿਲਾਂ ਉਹਦੇ ਪਿੰਡ ਮੀਰਾਕੋਟ ਲੈ ਕੇ ਆਇਆ ਹੈ। ਪਛਾਨਨ ਕੋ ਬਹੁ ਲੋਕ ਸਦਾਏ। ਪਛਾਨਨ ਕੋ ਬਹੁ ਲੋਕ ਸਦਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਮੀਰਾਕੋਟ ਪਿੰਡ ਵਿੱਚ ਲਿਆ ਕੇ ਹਰਭਗਤ ਨਰਿੰਦਰੀਏ ਨੇ ਪਿੰਡ ਦੇ ਲੋਕਾਂ ਨੂੰ ਇਕੱਠਿਆ ਕੀਤਾ ਹੈ ਤਾਂ ਜੋ ਪਿੰਡ ਦੇ ਲੋਕ ਭਾਈ ਮਹਿਤਾਬ ਸਿੰਘ ਨੂੰ ਚੰਗੀ ਤਰ੍ਹਾਂ ਪਛਾਣ ਲੈਣ। ਸਿੰਘ ਜੀ ਸ਼ਰਾਰਤ ਉਂਗਲੀ ਹਿਲਾਈ। ਸਿੰਘ ਜੀ ਸ਼ਰਾਰਤ ਉਂਗਲੀ ਹਿਲਾਈ। ਉਹ ਪਛਾਣ ਦਾ ਮਕਸਦ ਇਹ ਸੀ ਕਿ ਜਿਹੜਾ ਵੀ ਮਹਿਤਾਬ ਸਿੰਘ ਦਾ ਨਾਮ ਲਏਗਾ ਉਹਨੂੰ ਪਛਾਣ ਲਵੇਗਾ ਉਹਨੂੰ ਵੀ ਨਾਲ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਭਾਈ ਮਹਿਤਾਬ ਸਿੰਘ ਨੂੰ ਫੜਨ ਵਾਸਤੇ ਭਾਰੀ ਫੌਜ ਲੈ ਕੇ ਗਿਆ ਸੀ ਹਰਭਗਤ ਨਰਿੰਦਰੀਆ ਪਰ ਉਥੋਂ ਭਾਈ ਮਹਿਤਾਬ ਸਿੰਘ ਦੇ ਨਾਲ ਕੁਝ ਕੁ ਸਿੱਖ ਹਨ ਅਤੇ ਗਿਣਤੀ ਵਧਾਉਣ ਵਾਸਤੇ ਉਹਨੇ ਪਿੰਡ ਦੇ ਵਿੱਚ ਲਿਆਂਦਾ ਭਾਈ ਮਹਿਤਾਬ ਸਿੰਘ ਨੂੰ ਤਾਂ ਜੋ ਲੋਕ ਭਾਈ ਮਹਿਤਾਬ ਸਿੰਘ ਨੂੰ ਪਛਾਣਨ ਅਤੇ ਪਛਾਣਦਿਆਂ ਸਾਰ ਮੈਂ ਇਹਨਾਂ ਦੇ ਹਮਾਇਤੀ ਜਾਣ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂ ਅਤੇ ਭਾਈ ਮਹਿਤਾਬ ਸਿੰਘ ਦੇ ਨਾਲ ਇਹਨਾਂ ਨੂੰ ਵੀ ਮਰਾ ਸਕਾਂ ਨਵਾਬ ਦੇ ਅੱਗੇ ਪੇਸ਼ ਕਰਕੇ ਇਨਾਮ ਲੈ ਸਕਾਂ ਪਰ ਜਦੋਂ ਪਿੰਡ ਦੇ ਲੋਕ ਆਏ ਭਾਈ ਮਹਿਤਾਬ ਸਿੰਘ ਨੂੰ ਪਛਾਣਨ ਵਾਸਤੇ ਕਿਹਾ ਤੇ ਜਿਹੜੇ ਹੱਥ ਭਾਈ ਮਹਿਤਾਬ ਸਿੰਘ ਦੇ ਬੱਧੇ ਹੋਏ ਸਨ ਉਹਨਾਂ ਹੱਥਾਂ ਦੇ ਨਾਲ ਭਾਈ ਮਹਿਤਾਬ ਸਿੰਘ ਨੇ ਇੱਕ ਉਂਗਲ ਨੂੰ ਹਿਲਾ ਕੇ ਪਿੰਡ ਵਾਲਿਆਂ ਵੱਲ ਇਸ਼ਾਰਾ ਕਰ ਦਿੱਤਾ ਕਿ ਮੇਰਾ ਨਾਮ ਲੈਣ ਦੀ ਕੋਸ਼ਿਸ਼ ਨਾ ਕਰਿਓ ਮੈਨੂੰ ਪਛਾਣਨ ਦੀ ਕੋਸ਼ਿਸ਼ ਨਾ ਕਰਿਓ। ਅਬ ਸਿਆਣਨ ਕੀ ਗੱਲ ਕਾਈ। ਮੈਂ ਅਬ ਸਿਆਣਨ ਕੀ ਗੱਲ ਆਈ ਕਿਉਂਕਿ ਜੇ ਕੋਈ ਪਛਾਣ ਲੈਂਦਾ ਤੇ ਉਹਨੂੰ ਵੀ ਜਿਹੜਾ ਨਾਲ ਗ੍ਰਿਫਤਾਰ ਕਰ ਲਿਆ ਜਾਣਾ ਸੀ ਤੇ ਭਾਈ ਮਹਿਤਾਬ ਸਿੰਘ ਦਾ ਇਸ਼ਾਰਾ ਸਮਝ ਕੇ ਸਾਰੇ ਪਿੰਡ ਵਾਲਿਆਂ ਨੇ ਪਛਾਣਨ ਤੋਂ ਨਾ ਕਰ ਦਿੱਤਾ। ਜੋ ਕੋਈ ਆਖੈ ਆਣ ਪਛਾਣ। ਜੋ ਕੋਈ ਆਖੈ ਆਣ ਪਛਾਣ ਤੇ ਜੇ ਕੋਈ ਕਿਤੇ ਆਖ ਦਿੰਦਾ ਕਿ ਹਾਂ ਮੈਂ ਇਹਨੂੰ ਜਾਣਦਾ ਹਾਂ ਇਹਦੀ ਅਸੀਂ ਮਦਦ ਕਰਦੇ ਰਹੇ ਹਾਂ ਜਾਂ ਇਹ ਸਾਡੇ ਪਿੰਡ ਦੇ ਵਿੱਚ ਆਉਂਦਾ ਜਾਂਦਾ ਰਿਹਾ ਹੈ ਉਹਨੂੰ ਗ੍ਰਿਫਤਾਰ ਕਰ ਲੈਣਾ ਸੀ। ਪਿੰਡ ਕਰਾਏਗਾ ਮੁਸਲਮਾਨ। ਪਿੰਡ ਕਰਾਏਗਾ ਮੁਸਲਮਾਨ ਅਤੇ ਉਹਨੂੰ ਜਾਂ ਤਾਂ ਮੁਸਲਮਾਨ ਕਰ ਲੈਣਾ ਸੀ ਤੇ ਜਾਂ ਫਿਰ ਉਹਨੂੰ ਮਾਰ ਦੇਣਾ ਸੀ। ਹਰਭਗਤ ਲਾਹੌਰ ਲੈ ਪੁੱਜਿਓ ਦਿਓ ਨਵਾਬ ਸੁਨਾਏ। ਹਰਭਗਤ ਲਾਹੌਰ ਲੈ ਪੁੱਜਿਓ ਦਿਓ ਨਵਾਬ ਸੁਨਾਏ। ਹਰਭਗਤ ਨਰਿੰਦਰੀਏ ਨੇ ਫਿਰ ਭਾਈ ਮਹਿਤਾਬ ਸਿੰਘ ਨੂੰ ਨਾਲ ਲਿਆ ਹੈ ਅਤੇ ਲਾਹੌਰ ਦੀ ਧਰਤੀ ਤੇ ਨਵਾਬ ਜ਼ਕਰੀਆ ਖਾਨ ਦੇ ਅੱਗੇ ਭਾਈ ਮਹਿਤਾਬ ਸਿੰਘ ਨੂੰ ਪੇਸ਼ ਕਰ ਦਿੱਤਾ। ਜਿਵੇਂ ਥੀ ਸਿੰਘ ਜੀ ਤਿਮ ਚੜਿਓ ਚੜਖ ਪਰਤਾਏ। ਨਤੇ ਜਿਵੇਂ ਥੀ ਸਿੰਘ ਜੀ ਤਿਮ ਚੜਖਿਓ ਚਰਖ ਕਰ ਢਾਏ। ਭਾਈ ਮਹਿਤਾਬ ਸਿੰਘ ਜੀ ਦੀ
ਜਿਸ ਤਰ੍ਹਾਂ ਮੌਤ ਲਿਖੀ ਹੋਈ ਸੀ ਅਤੇ ਜਿਸ ਤਰ੍ਹਾਂ ਜ਼ਕਰੀਆ ਖਾਨ ਨੇ ਕਾਜੀ ਮੁੱਲਾ ਦੇ ਕੋਲੋਂ ਫਤਵਾ ਸੁਣਾਇਆ ਅਤੇ ਉਸ ਫਤਵੇ ਦੇ ਤਹਿਤ ਭਾਈ ਮਹਿਤਾਬ ਸਿੰਘ ਜੀ ਨੂੰ ਚੜਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਧਨ ਜਨਮ ਧਨ ਕਰਮ ਉਨ ਸਿੱਖੀ ਰੱਖ ਸਿਰ ਲਾਏ। ਧਨ ਜਨਮ ਧਨ ਕਰਮ ਉਨ ਸਿੱਖੀ ਰੱਖ ਸਿਰ ਲਾਏ। ਭਾਈ ਮਹਿਤਾਬ ਸਿੰਘ ਜੀ, ਉਹਨਾਂ ਦਾ ਜਨਮ ਧਨ ਹੈ, ਉਹਨਾਂ ਦਾ ਕੀਤਾ ਹੋਇਆ ਕਰਮ ਵੀ ਧਨ ਹੈ, ਜਿਨ੍ਹਾਂ ਆਪਣੀ ਸਿੱਖੀ ਨੂੰ ਰੱਖਦਿਆਂ ਹੋਇਆ ਸਿਦਕ ਦੇ ਨਾਲ ਚੜਖੜੀ ਤੇ ਚੜ ਕੇ ਭਾਈ ਮਹਿਤਾਬ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਸਾਨੇ ਪਤ ਆਪ ਆ ਮਿਲਿਓ ਧੰਨ ਧੰਨ ਸਿੰਘ ਮਹਿਤਾਬ। ਆਸਾ ਅਮਿਤ ਆਪ ਨਾ ਮਿਲਿਓ ਧੰਨ ਧੰਨ ਸਿੰਘ ਮਹਿਤਾਬ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਮਹਿਤਾਬ ਸਿੰਘ ਜੀ ਜੋ ਕਿ ਮੇਰਾ ਰਿਸ਼ਤੇ ਦੇ ਵਿੱਚ ਦਾਦਾ ਜੀ ਲੱਗਦਾ ਹੈ ਅਤੇ ਉਸ ਭਾਈ ਮਹਿਤਾਬ ਸਿੰਘ ਜੀ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਜੰਗਾਂ ਲੜੀਆਂ ਅਤੇ ਸਭ ਤੋਂ ਵੱਡਾ ਕਾਰਨਾਮਾ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਵੱਢਿਆ ਅਤੇ ਅੰਤ ਤੇ ਭਾਈ ਤਾਰੂ ਸਿੰਘ ਜੀ ਨੂੰ ਭਾਈ ਤਾਰੂ ਸਿੰਘ ਜੀ ਦੇ ਨਾਲ ਭਾਈ ਤਾਰੂ ਸਿੰਘ ਜੀ ਦੇ ਕੋਲ ਆ ਕੇ ਚੜਖੜੀ ਤੇ ਚੜ ਕੇ ਭਾਈ ਮਹਿਤਾਬ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਚੌਪਈ ਤਾਰੂ ਸਿੰਘ ਅਬ ਫਿਰ ਚਿਤ ਲਾਈ। ਤਾਰੂ ਸਿੰਘ ਪਰ ਫਿਰ ਗੱਲ ਆਈ। ਹੁਣ ਭਾਈ ਤਾਰੂ ਸਿੰਘ ਜੀ ਦੇ ਉੱਤੇ ਭਾਵ ਕਿ ਹੁਣ ਭਾਈ ਰਤਨ ਸਿੰਘ ਜੀ ਫਿਰ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਸ਼ੁਰੂ ਕਰਦੇ ਹਨ। ਕਿਵੇਂ ਭਾਈ ਤਾਰੂ ਸਿੰਘ ਜੀ ਨੇ ਫਿਰ ਸ਼ਹਾਦਤ ਦਾ ਜਾਮ ਪੀਤਾ। ਸੁਨੋ ਸੰਤ ਤੁਮ ਮਨ ਚਿਤ ਲਾਏ। ਸੁਣੋ ਸੰਤ ਤੁਮ ਮਨ ਚਿਤ ਲਾਏ। ਹੈ ਸਤ ਸੰਗੀ ਜਨੋ, ਹੈ ਸਤ ਸੰਗੀ ਜਨੋ, ਧਿਆਨ ਦੇ ਨਾਲ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਪ੍ਰਸੰਗ ਸੁਣ ਲਵੋ। ਤਾਰੂ ਸਿੰਘ ਨਵਾਬ ਬੁਲਾਇਆ। ਤਾਰੂ ਸਿੰਘ ਨਵਾਬ ਬੁਲਾਇਆ। ਕਈ ਦਿਨ ਬੰਦੀ ਖਾਨੇ ਵਿੱਚ ਰੱਖਣ ਤੋਂ ਬਾਅਦ ਭੁੱਖ ਤੇ ਪਿਆਸ ਦੇ ਤਸੀਹੇ ਦੇਣ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆ ਖਾਨ ਨੇ ਆਪਣੇ ਦਰਬਾਰ ਦੇ ਵਿੱਚ ਬੁਲਾਇਆ, ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਅਹਦੀਨ ਆਨ ਮਿਲਾਇਆ। ਉਹਨੇ ਅਹਦੀਨ ਆਨ ਮਿਲਾਇਆ। ਸਿਪਾਹੀਆਂ ਨੇ ਬੰਦੀ ਖਾਨੇ ਵਿੱਚੋਂ ਕੱਢ ਕੇ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਦੇ ਅੱਗੇ ਆਣ ਮਿਲਾਇਆ। ਵਾਹਿਗੁਰੂ ਕੀ ਫਤਿਹ ਬੁਲਾਈ। ਵਾਹਿਗੁਰੂ ਕੀ ਫਤਿਹ ਬੁਲਾਏ। ਸਿੱਖ ਨੇ ਭਾਈ ਤਾਰੂ ਸਿੰਘ ਨੇ ਸਿੱਖੀ ਦਾ ਪਹਿਲਾ ਕਰਮ ਨਿਭਾਉਂਦਿਆਂ ਹੋਇਆ ਦਰਬਾਰ ਦੇ ਵਿੱਚ ਵੜਦਿਆਂ ਸਾਰ ਹੀ ਸਭ ਤੋਂ ਪਹਿਲਾਂ ਗੁਰਦੇਵ ਦੀ ਬਖਸ਼ੀ ਹੋਈ ਫਤਿਹ ਬੁਲਾਈ ਅਤੇ ਜਦੋਂ ਫਤਿਹ ਬੁਲਾਈ ਸਾਰਾ ਦਰਬਾਰ ਜਿਹੜਾ ਸੁੰਨ ਹੋ ਗਿਆ, ਕਿਉਂਕਿ ਉਹਨਾਂ ਨੂੰ ਤੇ ਇਹ ਸੀ ਕਿ ਇਹ ਜਿਹੜਾ ਸਾਡਾ ਦਰਬਾਰ ਹੈ ਇੱਥੇ ਭਾਈ ਤਾਰੂ ਸਿੰਘ ਡਰਦਾ ਹੋਇਆ ਝੁਕੇਗਾ ਅਤੇ ਸਾਨੂੰ ਸਲਾਮ ਕਰੇਗਾ ਅਤੇ ਅਸੀਂ ਉਹਨੂੰ ਫਿਰ ਛੱਡਣ ਵਾਸਤੇ ਕੋਈ ਵਿਚਾਰ ਚਰਚਾ ਗੱਲਬਾਤ ਕਰਾਂਗੇ। ਪਰ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਦੀਆਂ ਸਾਰੀਆਂ ਖਾਸ਼ਾਂ ਤੇ ਪਾਣੀ ਫੇਰਦਿਆਂ ਹੋਇਆ ਨਾ ਤਾਂ ਸਲਾਮ ਕੀਤੀ ਨਾ ਸਿਰ ਝੁਕਾਇਆ, ਸਗੋਂ ਦਰਬਾਰ ਵਿੱਚ ਵੜਦਿਆਂ ਸਾਰ ਗੁਰੂ ਰੂਪ ਫਤਿਹ ਬੁਲਾਏ। ਅਕਾਲ ਅਕਾਲ ਕਹਿ ਊਚ ਸੁਨਾਈ। ਅਕਾਲ ਅਕਾਲ ਕਹਿ ਊਚ ਸੁਨਾਈ ਅਤੇ ਅਕਾਲ ਅਕਾਲ ਦੇ ਭਾਈ ਤਾਰੂ ਸਿੰਘ ਨੇ ਜਕਾਰੇ ਛੱਡੇ। ਨਵਾਬ ਅਦ ਸੋਕਤ ਭਇਓ। ਸੁਣਤ ਨਵਾਬ ਸੋਕਤ ਭਇਓ। ਭਾਈ ਤਾਰੂ ਸਿੰਘ ਜੀ ਦੇ ਰਸਨਾ ਤੋਂ ਵਾਹਿਗੁਰੂ ਜੀ ਦੀ ਫਤਿਹ ਸੁਣ ਕੇ ਅਤੇ ਅਕਾਲ ਅਕਾਲ ਦਾ ਜਾਪ ਸੁਣ ਕੇ ਭਾਈ ਤਾਰੂ ਸਿੰਘ ਦਾ ਮੂੰਹ ਸੁੱਕ ਗਿਆ। ਭਾਈ ਤਾਰੂ ਸਿੰਘ ਦੇ ਮੂੰਹ ਦੇ ਵਿੱਚੋਂ ਬਚਨ ਸੁਣ ਕੇ ਜ਼ਕਰੀਆ ਖਾਨ ਦਾ ਮੂੰਹ ਸੁੱਕ ਗਿਆ। ਕਾਟ ਅੰਗੁਲ ਜਨ ਲੂਣ ਲੱਗਿਓ। ਕਾਟ ਉਂਗਲ ਜਨ ਲੂਣ ਲੱਗਿਓ, ਕਿਉਂਕਿ ਸਰੀਰ ਦੇ ਉੱਤੇ ਕੋਈ ਕੱਟ ਹੋਵੇ, ਕੋਈ ਸੱਟ ਲੱਗ ਜਾਵੇ, ਜ਼ਖਮ ਆ ਜਾਵੇ, ਉਸ ਜ਼ਖਮ ਵਾਲੀ ਜਗ੍ਹਾ ਉੱਤੇ ਕੱਟ ਵਾਲੀ ਜਗ੍ਹਾ ਉੱਤੇ ਥੋੜਾ ਜਿਹਾ ਵੀ ਲੂਣ ਪਾਇਆ ਜਾਵੇ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਤੇ ਜ਼ਕਰੀਆ ਖਾਨ ਜਿਹੜਾ ਸਿੱਖਾਂ ਨੂੰ ਖਤਮ ਕਰਨ ਵਾਸਤੇ ਨਿਤ ਉਪਰਾਲੇ ਕਰਦਾ ਸੀ ਜਾਂ ਮੁਸਲਮਾਨ ਬਣਾਉਣ ਵਾਸਤੇ ਸ਼ਰਤਾਂ ਰੱਖਦਾ ਸੀ ਤੇ ਰੋਜ਼ ਹੀ ਕਈ ਸਿੱਖਾਂ ਨੂੰ ਸ਼ਹੀਦ ਕਰਦਾ ਸੀ ਅਤੇ ਇਹ ਜਿਹੜੇ ਜ਼ਖਮ ਉਹ ਤੋਂ ਸਹਾਰੇ ਨਹੀਂ ਸੀ ਜਾਂਦੇ ਕਿ ਕੋਈ ਵੀ ਸਿੱਖ ਮੁਸਲਮਾਨ ਬਣਨ ਵਾਸਤੇ ਤਿਆਰ ਨਹੀਂ ਤੇ ਨਾ ਇਹ ਸਿੱਖ ਜਿਹੜੇ ਖਤਮ ਹੋ ਰਹੇ ਹਨ। ਅਤੇ ਜਦੋਂ ਭਾਈ ਤਾਰੂ ਸਿੰਘ ਨੇ ਜਾ ਕੇ ਫਤਿਹ ਬੁਲਾਈ ਤਾਂ ਹੋਰ ਉਹ ਸੜ ਬਲ ਗਿਆ
ਜਿਵੇਂ ਕੱਟੀ ਹੋਈ ਉਂਗਲ ਦੇ ਉੱਤੇ ਲੂਣ ਪਾ ਦਿੱਤਾ ਜਾਵੇ, ਇਸ ਤਰੀਕੇ ਦੇ ਨਾਲ ਜ਼ਕਰੀਆ ਖਾਨ ਦੇ ਜ਼ਖਮਾਂ ਉੱਤੇ ਭਾਈ ਤਾਰੂ ਸਿੰਘ ਜੀ ਨੇ ਫਤਿਹ ਬੁਲਾ ਕੇ ਲੂਣ ਪਾ ਦਿੱਤਾ। ਤਾਰੂ ਸਿੰਘ ਜੀ ਤਬ ਕਹਿਓ ਤੂੰ ਸੁਨ ਬਾਤ ਨਵਾਬ। ਤਾਰੂ ਸਿੰਘ ਜੀ ਤਬ ਕਹਿਓ ਤੂੰ ਸੁਨ ਬਾਤ ਨਵਾਬ। ਜਦੋਂ ਭਾਈ ਤਾਰੂ ਸਿੰਘ ਨੇ ਫਤਿਹ ਬੁਲਾ ਦਿੱਤੀ ਤੇ ਨਵਾਬ ਫਿਰ ਅੱਗੇ ਕਹਿੰਦਾ ਹੈ ਬਾਲਕ, ਕਿਉਂਕਿ 25 ਸਾਲ ਦੀ ਉਮਰ ਹੈ ਜਿਸ ਵਕਤ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਹੈ। ਪ੍ਰਿੰਸੀਪਲ ਸਰਵਣ ਸਿੰਘ ਜੀ ਦੇ ਅਨੁਸਾਰ ਨਵਾਬ ਕਹਿ ਲਗਾ ਬਾਲਕ, ਇਹ ਦਰਬਾਰ ਸਾਡਾ ਹੈ, ਇਹ ਮੇਰਾ ਸਜਾਇਆ ਹੋਇਆ ਦਰਬਾਰ ਹੈ ਅਤੇ ਇਸ ਦਰਬਾਰ ਦੇ ਵਿੱਚ ਕਿਸੇ ਗੁਰੂ ਦੀ ਫਤਿਹ ਨਹੀਂ ਬੁਲਾਈ ਜਾਂਦੀ। ਇਸ ਦਰਬਾਰ ਦੇ ਵਿੱਚ ਕੇਵਲ ਤੇ ਕੇਵਲ ਤੈਨੂੰ ਸਲਾਮ ਕਰਨੀ ਪੈਣੀ ਹੈ ਅਤੇ ਸਿਰ ਝੁਕਾਉਣਾ ਪੈਣਾ ਹੈ। ਇਸ ਤੋਂ ਇਲਾਵਾ ਜਿਹੜਾ ਕਿਸੇ ਵੀ ਗੁਰੂ ਦੀ ਕਿਸੇ ਤੇ ਫਤਿਹ ਨਹੀਂ ਬੁਲਾਈ ਜਾਵੇਗੀ ਤੇ ਚੁੱਪ ਕਰਕੇ ਤੂੰ ਜਿਹੜਾ ਵਾ ਉਹ ਸਿਰ ਝੁਕਾ ਤੇ ਸਾਨੂੰ ਸਲਾਮ ਕਰ, ਫਿਰ ਆਪਾਂ ਕੋਈ ਗੱਲਬਾਤ ਕਰਾਂਗੇ। ਪਰ ਭਾਈ ਤਾਰੂ ਸਿੰਘ ਨੇ ਉਹਨਾਂ ਦੀ ਇੱਕ ਵੀ ਗੱਲ ਦੀ ਪਰਵਾਹ ਨਹੀਂ ਕੀਤੀ, ਇੱਕ ਵੀ ਗੱਲ ਨੂੰ ਜਿਹੜਾ ਵਾ ਮੰਨਿਆ ਨਹੀਂ ਤੇ ਸਗੋਂ ਗੱਜ ਵੱਜ ਕੇ ਜਵਾਬ ਦਿੰਦਾ ਰਿਹਾ ਭਾਈ ਤਾਰੂ ਸਿੰਘ। ਤੇ ਭਾਈ ਤਾਰੂ ਸਿੰਘ ਜੀ ਅੱਗੇ ਕਹਿੰਦੇ ਨਵਾਬ, ਬਾਕੀ ਦੀਆਂ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ, ਪਰ ਮੈਨੂੰ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ। ਤਾਰੂ ਸਿੰਘ ਜੀ ਤਬ ਕਹਿਓ। ਭਾਈ ਤਾਰੂ ਸਿੰਘ ਨੇ ਫਿਰ ਨਵਾਬ ਨੂੰ ਕਿਹਾ ਤੂੰ ਸੁਣ ਬਾਤ ਨਵਾਬ, ਮੇਰੀ ਗੱਲ ਜਿਹੜੀ ਧਿਆਨ ਨਾਲ ਸੁਣ ਤੇ ਮੇਰੀ ਗੱਲ ਸੁਣ ਕੇ ਮੇਰੀ ਗੱਲ ਦਾ ਮੈਨੂੰ ਜਵਾਬ ਦੇ। ਹਮ ਤੁਮ ਰੋਣਾ ਬਿਗਾੜਿਓ ਤੁਮ ਕੁਮ ਦੇਤ ਅਜਾਬ। ਹਮ ਤੁਮ ਰੋਣਾ ਬਿਗਾੜਿਓ ਤੁਮ ਕਿਮ ਦੇਤ ਅਜਾਬ। ਅਜਾਬ ਤੋਂ ਭਾਵ ਹੁੰਦੀ ਹੈ ਸਜ਼ਾ। ਭਾਈ ਤਾਰੂ ਸਿੰਘ ਜੀ ਕਹਿੰਦੇ ਨਵਾਬ ਮੈਨੂੰ ਪਹਿਲਾਂ ਇਹ ਗੱਲ ਦੱਸ, ਮੈਂ ਤੇਰਾ ਕੀ ਕੁਝ ਵਿਗਾੜਿਆ ਹੈ, ਮੈਂ ਤੇਰਾ ਕੀ ਕੋਈ ਨੁਕਸਾਨ ਕੀਤਾ ਹੈ, ਮੈਨੂੰ ਕਿਹੜੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਿਹੜੀ ਗੱਲੋਂ ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ। ਭਾਈ ਤਾਰੂ ਸਿੰਘ ਜੀ ਡਰੇ ਨਹੀਂ ਹਨ, ਪਰ ਕਿਉਂਕਿ ਹਰੇਕ ਮਨੁੱਖ ਦਾ ਫਰਜ਼ ਹੈ ਕਿ ਆਪਣੀ ਗੱਲ ਨੂੰ ਰੱਖਣ ਦਾ। ਅਗਲਾ ਚਲੋ ਮੰਨੇ ਨਾ ਮੰਨੇ, ਸੁਣੇ ਨਾ ਸੁਣੇ, ਉਹ ਗੱਲ ਵੱਖਰੀ ਹੈ, ਪਰ ਹਰੇਕ ਮਨੁੱਖ ਦਾ ਫਰਜ਼ ਹੈ ਕਿ ਉਹ ਆਪਣੀ ਗੱਲ ਅੱਗੇ ਰੱਖੇ। ਉਹਦਾ ਨਤੀਜਾ ਕੀ ਨਿਕਲਦਾ ਹੈ ਉਹ ਬਾਅਦ ਦੀ ਗੱਲ ਹੈ। ਭਾਈ ਤਾਰੂ ਸਿੰਘ ਜੀ ਕਹਿੰਦੇ ਹਨ ਨਵਾਬ ਮੈਨੂੰ ਪਹਿਲਾਂ ਇਹ ਦੱਸ, ਮੈਨੂੰ ਗ੍ਰਿਫਤਾਰ ਕਿਹੜੇ ਦੋਸ਼ ਵਿੱਚ ਕੀਤਾ ਗਿਆ ਹੈ ਅਤੇ ਮੈਨੂੰ ਜਿਹੜੀ ਭੁੱਖ ਤੇ ਪਿਆਸ ਦੇ ਜਿਹੜੇ ਤਸੀਹੇ ਇਹ ਕਿਹੜੀ ਗੱਲੋਂ ਦਿੱਤੇ ਜਾ ਰਹੇ ਹਨ। ਜੋ ਹਮ ਤੁਮਰੀ ਭੂਮ ਬਿਗੜੈ। ਜੋ ਹਮ ਤੁਮਰੀ ਭੂਮ ਬਿਗੜੈ, ਕਿ ਮੈਂ ਤੇਰੀ ਕੋਈ ਸਰਕਾਰੀ ਜ਼ਮੀਨ ਦਾ ਕੋਈ ਨੁਕਸਾਨ ਕੀਤਾ ਹੈ। ਤੋ ਤੁਮ ਕੋ ਹਮ ਪੈਸੇ ਭਰੇ। ਤੋ ਤੁਮ ਕੋ ਹਮ ਪੈਸੇ ਭਰੇ, ਜੇ ਤੇ ਤੇਰੀ ਅਸੀਂ ਜ਼ਮੀਨ ਦਾ ਨੁਕਸਾਨ ਕੀਤਾ ਹੈ ਸਰਕਾਰੀ ਦਾਰੇ ਦਾ ਤੇ ਉਹਦੇ ਮੈਂ ਪੈਸੇ ਭਰ ਦਿੰਦਾ ਵਾ ਕਿ ਜੇ ਮੇਰੇ ਤੋਂ ਨੁਕਸਾਨ ਹੋਇਆ ਹੈ। ਤੇ ਜਦੋਂ ਕੋਈ ਨੁਕਸਾਨ ਹੀ ਨਹੀਂ ਹੋਇਆ ਤਾਂ ਮੈਂ ਪੈਸੇ ਵੀ ਕਾਹਦੇ ਭਰਨੇ ਹਨ। ਬਾਕੀ ਰਹੀ ਗੱਲ ਜਿਹੜਾ ਤੁਹਾਡੇ ਵੱਲੋਂ ਟੈਕਸ ਲਾਇਆ ਗਿਆ ਹੈ ਸਾਨੂੰ ਵੀ ਸਾਡੀਆਂ ਜ਼ਮੀਨਾਂ ਉੱਤੇ ਜਿਹੜਾ ਅਸੀਂ ਵਾਹੁੰਦੇ ਹਾਂ ਉਹਦੇ ਉੱਤੇ ਸਰਕਾਰ ਵੱਲੋਂ ਟੈਕਸ ਲੱਗਾ ਹੋਇਆ ਹੈ, ਉਸ ਟੈਕਸ ਨੂੰ ਵੀ ਅਸੀਂ ਜਿਹੜਾ ਤੁਹਾਨੂੰ ਉਤਾਰਦੇ ਹਾਂ। ਜੋ ਵਣਜ ਵਪਾਰ ਵੀ ਕਰੈ। ਔਰ ਜੋ ਵਣਜ ਵਪਾਰ ਵੀ ਕਰੇ, ਤੇ ਜਿਹੜਾ ਅਸੀਂ ਵਣਜ ਵਪਾਰ ਕਰਦੇ ਹਾਂ, ਖੇਤੀਬਾੜੀ ਕਰਦੇ ਹਾਂ, ਦਾਣਾ ਪੱਠਾ ਵੇਚ ਕੇ ਅਸੀਂ 4 ਪੈਸੇ ਕਮਾਉਂਦੇ ਹਾਂ, ਉਹਦੇ ਵਿੱਚ ਵੀ ਤੁਸੀਂ ਟੈਕਸ ਲਾਇਆ ਹੋਇਆ ਹੈ ਅਤੇ ਉਹ ਵੀ ਅਸੀਂ ਜਿਹੜਾ ਟੈਕਸ ਤੁਹਾਨੂੰ ਉਤਾਰਦੇ ਹਾਂ। ਤੋਪੀ ਤੁਮਰੋ ਹਾਲਾ ਭਰੈ। ਤੋਪੀ ਤੁਮਰੋ ਹਾਲਾ ਭਰੈ, ਹਾਲਾ ਤੋਂ ਭਾਵ ਹੈ ਕਿ ਟੈਕਸ। ਕਹਿਣ ਲੱਗਾ ਭਾਈ ਤਾਰੂ ਸਿੰਘ ਜੀ ਇੰਨਾ ਟੈਕਸ ਲਾਉਣ ਦੇ ਬਾਵਜੂਦ ਵੀ ਤੁਹਾਡਾ ਜਿਹੜਾ ਕਾਨੂੰਨ ਵਿੱਚ ਰਹਿ ਕੇ ਤੁਹਾਨੂੰ ਟੈਕਸ ਦਿੱਤਾ ਜਾਂਦਾ ਹੈ। ਤੁਮਕੋ ਦੇ ਕੇ ਜੋ ਰਹਿ ਜਾਏ। ਤੁਮਕੋ ਦੇ ਕੇ ਜੋ ਰਹਿ ਜਾਏ, ਹੁਣ ਤੁਹਾਨੂੰ ਜੋ ਦੇ ਕੇ ਸਾਨੂੰ ਬਚ ਜਾਂਦਾ ਹੈ। ਸੋ ਹਮ ਆਪਣੇ ਪੇਟਨ ਪਾਏ। ਸੋ ਹਮ ਆਪਣੇ ਪੇਟਨ ਪਾਏ, ਤੇ ਉਹ ਜਿਹੜਾ ਬਚਿਆ ਹੋਇਆ ਫਿਰ ਅਸੀਂ ਆਪਣੇ ਪੇਟ ਵਿੱਚ ਪਾਉਂਦੇ ਹਾਂ। ਤੁਹਾਡਾ ਹਿੱਸਾ ਕੱਢ ਕੇ ਤੁਹਾਡਾ ਜੋ ਟੈਕਸ ਬਣਦਾ ਹੈ ਸਰਕਾਰ ਦਾ ਉਹ ਦੇ ਕੇ ਜੋ ਸਾਨੂੰ ਬਚਦਾ ਉਹਦੇ ਨਾਲ ਫਿਰ ਅਸੀਂ ਆਪਣਾ ਪੇਟ ਭਰਦੇ ਹਾਂ, ਆਪਣੇ ਟੱਬਰ ਨੂੰ ਪਾਲਦੇ ਹਾਂ। ਸਾਡਾ ਟੱਬਰ ਉਸ ਦਾਣੇ ਦੇ ਨਾਲ ਜਾਂ ਬਚੇ ਹੋਏ ਰਸਤੇ ਦੇ ਨਾਲ ਪਲਦਾ ਹੈ। ਆਪਣੋ ਤਨ ਪੇਟ ਰੱਖ ਕੇ ਓਨੀ। ਆਪਣੋ ਤਨ ਪੇਟ ਰੱਖ ਕੇ ਓਨੇ, ਤੇ ਜਿਹੜਾ ਕੁਝ ਸਾਨੂੰ ਬਚਦਾ ਹੈ ਅਸੀਂ ਉਹਦੇ ਵਿੱਚੋਂ ਵੀ ਫਿਰ ਕੁਝ ਨਾ ਕੁਝ ਬਚਾਉਂਦੇ ਹਾਂ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਹੈ
ਕਿ ਜੋ ਕੁਝ ਸਿੱਖ ਕਮਾਉਂਦਾ ਹੈ ਉਹਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਵਾ ਸਿੱਖ ਨੇ ਦਸਵੰਧ ਕੱਢਣਾ ਹੈ ਗੁਰੂ ਦੇ ਨਾਮ ਦਾ। ਤੇ ਅਸੀਂ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਜੋ ਸਾਨੂੰ ਬਚਦਾ ਹੈ ਉਹਦੇ ਵਿੱਚ ਅਸੀਂ ਥੋੜਾ ਖਾਂਦੇ ਹਾਂ, ਥੋੜਾ ਪਹਿਨਦੇ ਹਾਂ, ਸੰਕੋਚ ਕਰਦੇ ਹਾਂ ਅਤੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਅਸੀਂ ਆਪਣੀ ਕਮਾਈ ਵਿੱਚੋਂ ਬਚੀ ਹੋਈ ਕਮਾਈ ਵਿੱਚੋਂ ਦਸਵੰਧ ਕੱਢਦੇ ਹਾਂ। ਦੇਤ ਔਰ ਕੋ ਚਪਣ ਚਪੂਨੀ, ਦੇਤ ਔਰ ਕੋ ਚਬਣ ਚਬੋਣੀ, ਅਤੇ ਜੋ ਅਸੀਂ ਦਸਵੰਧ ਕੱਢਿਆ ਹੁੰਦਾ ਹੈ ਉਹ ਵੀ ਜਿਹੜਾ ਅਸੀਂ ਕਿਸੇ ਜਿਹੜਾ ਵਾ ਲੇਖੇ ਵਿੱਚ ਲਾਉਂਦੇ ਹਾਂ ਉਹਦੇ ਵਾਸਤੇ ਅਸੀਂ ਲੋੜਵੰਦ ਦੀ ਸੇਵਾ ਕਰਦੇ ਹਾਂ, ਉਹਦੇ ਵਾਸਤੇ ਅਸੀਂ ਪ੍ਰਸ਼ਾਦਾ ਪਾਣੀ ਚਲਾਉਂਦੇ ਹਾਂ, ਉਹਦੇ ਵਾਸਤੇ ਅਸੀਂ ਭੁੱਖੇ ਦੀ ਪੇਟ ਪੂਰਤੀ ਕਰਦੇ ਹਾਂ। ਕਹੋ ਤੇਰੀ ਕਿਆ ਗਾਠੋ ਜਾਏ, ਕਹੋ ਤੇਰੀ ਕਿਆ ਗਾਠੋ ਜਾਏ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਦੱਸ ਇਹਦੇ ਵਿੱਚ ਤੇਰਾ ਕੀ ਨੁਕਸਾਨ ਹੋਇਆ ਹੈ, ਕਿਉਂਕਿ ਜੋ ਤੁਹਾਡਾ ਹਿੱਸਾ ਬਣਦਾ ਤੁਹਾਨੂੰ ਮਿਲ ਰਿਹਾ ਹੈ, ਜੋ ਕੁਝ ਸਾਨੂੰ ਬਚ ਰਿਹਾ ਉਹਦੇ ਵਿੱਚੋਂ ਸੋਚ ਕੇ ਅਸੀਂ ਆਪਣਾ ਪੇਟ ਪਾਲ ਰਹੇ ਹਾਂ, ਆਪਣਾ ਘਰ-ਬਾਰ ਚਲਾ ਰਹੇ ਹਾਂ ਤੇ ਉਹਦੇ ਵਿੱਚੋਂ ਬਚਾ ਕੇ ਅਸੀਂ ਗੁਰੂ ਦੇ ਸਿਧਾਂਤਾਂ ਦੇ ਪਹਿਰਾ ਦਿੰਦਿਆਂ ਹੋਇਆਂ ਵੰਡ ਕੇ ਛਕਣ ਦਾ ਸਿਧਾਂਤ ਚਲਾ ਰਹੇ ਹਾਂ। ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ, ਪ੍ਰਸ਼ਾਦਾ ਪਾਣੀ ਛਕਾਉਂਦੇ ਹਾਂ, ਜੇ ਉਹਨੂੰ ਕਿਸੇ ਵਸਤਰ ਦੀ ਲੋੜ ਹੈ ਵਸਤਰ ਦੇ ਦੇਈਦਾ ਹੈ। ਇੱਥੋਂ ਤੱਕ ਜੇ ਕੋਈ ਤੁਹਾਡਾ ਸਰਕਾਰੀ ਬੰਦਾ ਆ ਜਾਵੇ ਸਾਡੇ ਘਰ ਦੇ ਵਿੱਚ ਤੇ ਉਹਨੂੰ ਵੀ ਅਸੀਂ ਸਭ ਤੋਂ ਪਹਿਲਾਂ ਗੁਰੂ ਦੇ ਚਲਾਏ ਹੋਏ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਉਂਦੇ ਹਾਂ ਕਿ ਇਹ ਗੁਰੂ ਦਾ ਲੰਗਰ ਹੈ। ਤੇ ਦੱਸ ਹੁਣ ਇਹਦੇ ਵਿੱਚ ਤੇਰਾ ਕਿਸ ਪਾਸਿਓਂ ਨੁਕਸਾਨ ਹੈ ਜਾਂ ਮੈਂ ਇਸ ਬੰਨਿਓ ਤੇਰਾ ਕੀ ਵਿਗਾੜਿਆ ਹੈ। ਹਮਕੋ ਤੁਮਕੁਮ ਦੇਤ ਸਜਾਏ, ਹਮਕੋ ਤੁਮ ਕਿਮ ਦੇਤ ਸਜਾਏ। ਬਸ ਮੈਨੂੰ ਆਹ ਗੱਲ ਦਾ ਨਿਰਣਾ ਕੱਢ ਦੇ ਕਿ ਮੈਨੂੰ ਕਿਹੜੀ ਗੱਲੋਂ ਜਿਹੜੀ ਸਜ਼ਾ ਦਿੱਤੀ ਜਾ ਰਹੀ ਹੈ ਮੇਰੀ ਇਹਦੇ ਵਿੱਚ ਗਲਤੀ ਦੱਸ ਦਿੱਤੀ ਜਾਵੇ। ਨਵਾਬ ਅੱਗੇ ਤੋਂ ਕ੍ਰੋਧ ਹੈ ਭਰਿਓ, ਨਵਾਬ ਅੱਗੇ ਤੋਂ ਕ੍ਰੋਧ ਹੈ ਭਰਿਓ। ਨਵਾਬ ਤੇ ਅੱਗੇ ਸੜਿਆ ਬਲਿਆ ਸੀ, ਕਿਉਂਕਿ ਇੱਕ ਤੇ ਭਾਈ ਤਾਰੂ ਸਿੰਘ ਜੀ ਸਿੱਖਾਂ ਦੀ ਮਦਦ ਕਰਦੇ ਸਨ, ਦੂਸਰਾ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਫਤਿਹ ਬੁਲਾ ਦਿੱਤੀ ਤੇ ਨਵਾਬ ਇਹਨਾਂ ਗੱਲਾਂ ਤੋਂ ਅੱਗੇ ਸੜਿਆ ਬਲਿਆ ਸੀ। ਤੇ ਜਦੋਂ ਭਾਈ ਤਾਰੂ ਸਿੰਘ ਨੇ ਭਰੇ ਦਰਬਾਰ ਦੇ ਵਿੱਚ ਸਵਾਲ ਕੀਤੇ ਤੇ ਨਵਾਬ ਹੋਰ ਸੜ ਬਲ ਗਿਆ, ਕਿਉਂਕਿ ਨਵਾਬ ਦੀ ਤੌਹੀਨ ਹੈ ਇਹ ਕਿ ਜੇ ਕਿ ਦਰਬਾਰ ਦੇ ਵਿੱਚ ਮੈਨੂੰ ਆ ਕੇ ਕੋਈ ਸਵਾਲ ਕਰ ਜਾਵੇ, ਮੇਰੇ ਉੱਤੇ ਕੋਈ ਉਂਗਲ ਕਰ ਜਾਵੇ ਤੇ ਨਵਾਬ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰ ਲਵੇ। ਤੇ ਜਦੋਂ ਭਾਈ ਤਾਰੂ ਸਿੰਘ ਨੇ ਇਹ ਜਿਹੜੀਆਂ ਗੱਲਾਂ ਕਹੀਆਂ ਤੇ ਨਵਾਬ ਅੱਗਿਓਂ ਹੋਰ ਜਿਹੜਾ ਸੜ ਬਲ ਗਿਆ। ਮੁਖਤੇ ਖੋਟਾ ਬਚਨ ਉਚਰਿਓ, ਮੁਖ ਤੇ ਖੋਟਾ ਬਚਨ ਉਚਰਿਓ। ਤੇ ਅੱਗਿਓਂ ਨਵਾਬ ਨੇ ਫਿਰ ਖੋਟਾ ਬਚਨ ਕਹਿੰਦਿਆਂ ਹੋਇਆ ਕਹਿ ਦਿੱਤਾ ਭਾਈ ਤਾਰੂ ਸਿੰਘ ਨੂੰ, ਕਹਿਣ ਲੱਗਾ ਬਾਲਕ ਸਭ ਤੋਂ ਵੱਡਾ ਗੁਨਾਹ ਤੇ ਤੇਰਾ ਇਹ ਹੈ ਕਿ ਤੂੰ ਸਿੱਖ ਹੈ, ਤੇਰੇ ਦੇ ਸਿੱਖ ਹੋਣਾ ਸਭ ਤੋਂ ਵੱਡਾ ਗੁਨਾਹ ਹੈ। ਦੂਸਰਾ ਜਿਹੜੇ ਸਰਕਾਰ ਦੇ ਵੱਲੋਂ ਬਾਗੀ ਐਲਾਨ ਕੀਤੇ ਹੋਏ ਸਿੱਖ ਹਨ, ਜੰਗਲਾਂ ਵਿੱਚ ਰਹਿੰਦੇ ਹਨ, ਤੂੰ ਉਹਨਾਂ ਤੱਕ ਪ੍ਰਸ਼ਾਦਾ ਪਾਣੀ ਪਹੁੰਚਾਉਣਾ ਹੈ, ਉਹਨਾਂ ਤੱਕ ਲੀੜਾ ਕੱਪੜਾ ਦੇ ਕੇ ਆਉਣਾ ਵਾ। ਇਹ ਤੇਰੇ ਵਾਸਤੇ ਬਹੁਤ ਵੱਡਾ ਦੋਸ਼ ਹੈ, ਕਿਉਂਕਿ ਅਸੀਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ, ਅਸੀਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਭੁੱਖ ਪਿਆਸ ਨਾਲ ਮਾਰਨਾ ਚਾਹੁੰਦੇ ਹਾਂ ਤੇ ਤੂੰ ਜਿਹੜਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦੇ ਕੇ ਉਹਨਾਂ ਦੀ ਮਦਦ ਕਰਦਾ ਵਾ। ਬਸ ਇਹੋ ਜਿਹੜੇ ਤੇਰਾ ਉੱਤੇ ਦੋਸ਼ ਲੱਗਾ ਹੈ। ਨਵਾਬ ਕਹੇ ਤੂੰ ਹੋ ਮੁਸਲਮਾਨ, ਨਵਾਬ ਕਹੇ ਤੂੰ ਹੋ ਮੁਸਲਮਾਨ। ਫਿਰ ਨਵਾਬ ਕਹਿਣ ਲੱਗਾ ਬਾਲਕ ਤਾਰੂ ਸਿੰਘ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਤੈਨੂੰ ਜਿਹੜਾ ਸਜ਼ਾ ਜਿਹੜੀ ਤੇਰੀ ਕੱਟ ਦਿੱਤੀ ਜਾ ਸਕਦੀ ਹੈ, ਤੈਨੂੰ ਦੁੱਖ ਕੋਈ ਵੀ ਨਹੀਂ ਦਿੱਤਾ ਜਾਵੇਗਾ। ਬਸ ਉਹਦੇ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ, ਉਹ ਕੰਮ ਹੈ ਨਵਾਬ ਕਹੇ ਤੂੰ ਹੋ ਮੁਸਲਮਾਨ। ਬਸ ਤੇਰੇ ਵਾਸਤੇ ਇਹੋ ਹੀ ਹੈ ਕਿ ਤੂੰ ਚੁੱਪ ਕਰਕੇ ਮੁਸਲਮਾਨ ਬਣ ਜਾ। ਛਾਡਾਂਗਾ ਤੁਮਰੀ ਜਾਨ, ਤੋ ਛਾਡਾਂਗਾ ਤੁਮਰੀ ਜਾਨ, ਮੈਂ ਫਿਰ ਤੇਰੀ ਜਾਨ ਜਿਹੜੀ ਛੱਡ ਦਵਾਂਗਾ। ਸਿੰਘ ਕਹਿਓ ਹਮ ਡਰ ਕਿਆ ਜਾਨੋ, ਸਿੰਘ ਕਹਿਓ ਹਮ ਡਰ ਕਿਆ ਜਾਣੈ। ਫਿਰ ਭਾਈ ਤਾਰੂ ਸਿੰਘ ਜੀ ਕਹਿੰਦੇ ਨਵਾਬ ਕਿਹਨੂੰ ਤੂੰ ਜਾਣਦੇ, ਕਿਹਨੂੰ ਤੂੰ ਜ਼ਿੰਦਗੀ ਦੇ ਡਰਾਵੇ ਦੇ ਰਿਹਾ ਵਾ। ਅਸੀਂ ਤੇ ਇਸ ਡਰਾਵੇ ਨੂੰ ਮੰਨਦੇ ਹੀ ਨਹੀਂ ਹਾਂ, ਕਿਉਂਕਿ ਅਸੀਂ ਜ਼ਿੰਦਗੀ ਦੀ ਖਾਹਿਸ਼ ਲਾ ਕੇ ਜੀਨੇ ਹਾਂ ਤੇ ਮੌਤ ਦਾ ਕਫਨ ਸਿਰ ਤੇ ਬਣ ਕੇ ਜੀਨੇ ਹਾਂ। ਅਸੀਂ ਮੌਤ ਦੀ ਕਿਸੇ ਪ੍ਰਕਾਰ ਤੋਂ ਚਿੰਤਾ ਨਹੀਂ ਕਰਦੇ ਤੇ ਬਾਕੀ ਰੇ ਮੁਸਲਮਾਨ ਹੋਣ ਦੀ ਗੱਲ
ਉਹ ਤੇ ਅਸੀਂ ਤੇਰੇ ਧਰਮ ਵਿੱਚ ਉੱਕਾ ਹੀ ਨਹੀਂ ਆ ਸਕਦੇ। ਹਮ ਹੋਵੈ ਕਿਮ ਮੁਸਲਮਾਨੋ ਹਮ ਹੋਵੇ ਕਿ ਮੁਸਲਮਾਨੋ, ਅਸੀਂ ਕਿਉਂ ਤੇਰੇ ਧਰਮ ਦੇ ਵਿੱਚ ਆ ਜਾਈਏ, ਕਿਉਂ ਅਸੀਂ ਮੁਸਲਮਾਨ ਬਣ ਜਾਈਏ। ਮੁਸਲਮਾਨ ਕਰ ਮਰੋਗੇ ਨਾਹੀ ਮੁਸਲਮਾਨ ਕਰ ਮਰੋਗੇ ਨਾਹੀ। ਪਹਿਲਾਂ ਮੈਨੂੰ ਇਹ ਦੱਸ, ਭਾਈ ਤਾਰੂ ਸਿੰਘ ਜੀ ਕਹਿੰਦੇ ਕਿ ਮੁਸਲਮਾਨ ਜਿਹੜਾ ਮਰਦਾ ਨਹੀਂ, ਕਿਉਂਕਿ ਜਿੰਨੇ ਵੀ ਮੁਸਲਮਾਨ ਹਨ ਤੁਸੀਂ ਉਹਨਾਂ ਦੀਆਂ ਕਬਰਾਂ ਖੋਦੀਆਂ ਹੋਈਆਂ ਹਨ, ਤੁਹਾਡੇ ਵੱਡੇ ਵਡੇਰੇ ਕਬਰਾਂ ਦੇ ਵਿੱਚ ਪਏ ਹੋਏ ਹਨ। ਤੇਰੇ ਤੋਂ ਪਹਿਲਾਂ ਆਉਣ ਵਾਲੇ ਇਸ ਤਖਤ ਦੇ ਮਾਲਕ ਕਬਰਾਂ ਵਿੱਚ ਬੈਠੇ ਹੋਏ ਹਨ। ਇੱਥੋਂ ਤੱਕ ਤੁਹਾਡੇ ਜਿੰਨੇ ਵੀ ਵੱਡੇ ਵਡੇਰੇ ਹਨ ਜਾਂ ਜਿਨ੍ਹਾਂ ਨੇ ਵੀ ਤੁਹਾਡਾ ਰਾਜ ਕੀਤਾ ਹੈ, ਉਹ ਅੱਜ ਤੱਕ ਜਿਹੜੇ ਜਿੰਨੇ ਵੀ ਸੰਸਾਰ ਤੇ ਆਏ ਸਨ, ਸਾਰੇ ਦੇ ਸਾਰੇ ਸੰਸਾਰ ਤੋਂ ਚਲੇ ਗਏ ਹਨ ਤੇ ਕਬਰਾਂ ਵਿੱਚ ਪਏ ਹਨ। ਕਿਉਂਕਿ ਮੌਤ ਜਿਹੜੀ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਮਨੁੱਖ ਹੈ, ਕਿਸੇ ਵੀ ਜਾਤ ਦਾ ਮਨੁੱਖ ਹੈ, ਮੌਤ ਉਹਦੇ ਤੱਕ ਆਉਣੀ ਹੀ ਆਉਣੀ ਹੈ। ਜਦੋਂ ਮੌਤ ਤੁਹਾਡੇ ਧਰਮ ਦੇ ਵਿੱਚ ਵੀ ਆ ਜਾਣੀ ਹੈ ਤੇ ਫਿਰ ਮੈਨੂੰ ਤੁਹਾਡੇ ਧਰਮ ਵਿੱਚ ਆਉਣ ਦਾ ਕੀ ਲਾਭ, ਕਿਉਂਕਿ ਮੌਤ ਤੇ ਤੁਹਾਡੇ ਧਰਮ 'ਚ ਵੀ ਆਉਣੀ ਹੈ ਤੇ ਮੌਤ ਸਾਡੇ ਧਰਮ ਵਿੱਚ ਵੀ ਆਉਣੀ ਹੈ। ਫਿਰ ਚੰਗੀ ਗੱਲ ਤੇ ਇਹੋ ਹੈ ਕਿ ਤੁਹਾਡੇ ਧਰਮ ਨੂੰ ਤਿਆਗਦਿਆਂ ਹੋਇਆਂ ਮੈਂ ਆਪਣੇ ਧਰਮ ਦੇ ਵਿੱਚ ਰਹਿ ਕੇ ਇਸ ਮੌਤ ਨੂੰ ਗਲੇ ਲਾ ਲਵਾਂ। ਤਾਂ ਫਿਰ ਮਰਾਂ ਕਿ ਮੈਂ ਧਰਮ ਗਵਾਈ ਤਾਂ ਫਿਰ ਮਰੋ ਕਿ ਮੈਂ ਧਰਮ ਗਵਾਈ, ਤੇ ਦੂਸਰਾ ਮੈਂ ਧਰਮ ਗਵਾ ਕੇ ਮਰ ਜਾਵਾਂ, ਗੁਰੂ ਵੱਲੋਂ ਬੇਮੁਖ ਹੋ ਜਾਵਾਂ, ਗੁਰੂ ਵੱਲ ਮੈਂ ਪਿੱਠ ਕਰ ਲਵਾਂ, ਸਿੱਖੀ ਨੂੰ ਦਾਗ ਲਵਾ ਲਵਾਂ, ਧਰਮ ਤੋਂ ਡਿੱਗ ਪਵਾਂ। ਇਸ ਤਰੀਕੇ ਨਾਲ ਤਾਂ ਮੈਂ ਕਦੇ ਵੀ ਮਰਨਾ ਨਹੀਂ ਚਾਹਾਂਗਾ, ਕਿਉਂਕਿ ਮੈਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ, ਆਪਣੇ ਧਰਮ ਵਿੱਚ ਟਿਕ ਕੇ, ਸਿੱਖੀ ਸਿਦਕ ਦੇ ਨਾਲ ਮੌਤ ਨੂੰ ਗਲੇ ਲਾਵਾਂਗਾ, ਇਸਲਾਮ ਧਰਮ ਦੇ ਵਿੱਚ ਨਹੀਂ ਆਵਾਂਗਾ। ਤੇ ਮੈਨੂੰ ਜਿਹੜਾ ਵਾ ਜਿੰਨਾ ਮਰਜ਼ੀ ਤੁਸੀਂ ਦੁੱਖ ਦੇ ਕੇ ਵੇਖ ਲਵੋ, ਜਿੰਨੀ ਮਰਜ਼ੀ ਸਜ਼ਾ ਦੇ ਕੇ ਵੇਖ ਲਵੋ, ਪਰ ਮੈਂ ਤੁਹਾਡੇ ਧਰਮ ਨੂੰ ਕਬੂਲ ਨਹੀਂ ਕਰਾਂਗਾ, ਮੈਂ ਆਪਣੇ ਧਰਮ ਦੇ ਵਿੱਚ ਹੀ ਰਵਾਂਗਾ। ਜਦੋਂ ਇੰਨੇ ਬਚਨ ਭਾਈ ਤਾਰੂ ਸਿੰਘ ਨੇ ਕਹੇ ਤੇ ਨਵਾਬ ਸੜਿਆ ਬਲਿਆ, ਫਿਰ ਕਹਿਣ ਲੱਗਾ ਇਹਨੂੰ ਇਹਦੀ ਚੜਕੜੀ ਤੇ ਚੜਾਇਆ ਜਾਵੇ, ਇਹਦਾ ਖੋਪੜ ਇਹਦੇ ਜਿਹੜੇ ਕੇਸ ਹਨ ਉਹ ਕੱਟੇ ਜਾਣ। ਫਿਰ ਕਿਵੇਂ ਹੁਕਮ ਦਿੰਦਾ ਹੈ ਨਵਾਬ ਕੇਸ ਕੱਟਣ ਦਾ, ਤੇ ਭਾਈ ਤਾਰੂ ਸਿੰਘ ਜੀ ਕਿਵੇਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।